गुरु प्यार वारिओ प्यार सत्कार सहित बुलाई फतेह प्रवान करो जी। वाहिगुरु जी का खालसा वाहिगुरु जी की फतेह। जिवें आप जी ने वेख्या कि असी गुरु हरगोबिंद साहब जी का इतिहास पिछले लंबे समय तो विचार रहे हैं। चौथा कांड जो प्रोफैसर साहब सिंह जी ने लिखिया है ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਨਜ਼ਰਬੰਦੀ ਹੁੰਦੀ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਤੇ ਰਿਹਾਈ ਹੁੰਦੀ ਹੈ। ਇਹ ਪੀਰੀਅਡ ਕਿੰਨਾ ਲੰਮਾ ਹੈ, ਕਿਵੇਂ ਹੈ, ਗਵਾਲੀਅਰ ਦੇ ਕਿਲੇ ਦਾ, ਇਹ ਸਾਰਾ ਕੁਝ ਇਹਦੇ ਵਿੱਚ ਜ਼ਿਕਰ ਆਏਗਾ। ਸੋ ਅਸੀਂ ਪਿੱਛੇ ਵੇਖ ਆਏ ਹਾਂ ਕਿ ਜਹਾਂਗੀਰ ਫਰਵਰੀ ਸਨ 1608 ਵਿੱਚ ਲਾਹੌਰ ਤੋਂ ਚੱਲ ਕੇ 22 ਮਾਰਚ 1608 ਨੂੰ ਆਗਰੇ ਆ ਪਹੁੰਚਿਆ ਸੀ। ਮਈ 1611 ਵਿੱਚ ਉਸਨੇ ਨੂਰ ਜਹਾਂ ਨਾਲ ਸ਼ਾਦੀ ਕੀਤੀ। ਉਸ ਤੋਂ ਥੋੜਾ ਹੀ ਚਿਰ ਪਿੱਛੋਂ ਉਸ ਨੂੰ ਮੇਵਾੜ ਫਤਿਹ ਕਰਨ ਲਈ ਆਗਰਾ ਛੱਡ ਕੇ ਅਜਮੇਰ ਨੂੰ ਆਪਣਾ ਸ਼ਾਹੀ ਟਿਕਾਣਾ ਬਣਾਉਣਾ ਪਿਆ। ਜੋ ਸਾਈਂ ਮੀਆਂ ਮੀਰ ਹੈ ਉਹਨਾਂ ਦੇ ਮੁਤਾਬਕ ਨੂਰ ਜਹਾਂ ਜਿਹੜੀ ਔਰਤ ਹੈ ਉਹ ਇੱਕ ਚੰਗੀ ਔਰਤ ਕਹੀ ਜਾਂਦੀ ਹੈ ਤੇ ਇਹ ਸਾਈਂ ਮੀਆਂ ਮੀਰ ਦਾ ਬਹੁਤ ਸਤਿਕਾਰ ਕਰਦੀ ਸੀ, ਯਾਦ ਰੱਖਣਾ। ਸੋ ਉੱਥੇ ਜਹਾਂਗੀਰ 3 ਸਾਲ ਰਿਹਾ। ਸਨ 1666 ਦੇ ਅਖੀਰ ਤੱਕ ਮੇਵਾੜ ਸਰ ਕਰਕੇ ਸ਼ਾਹੀ ਫੌਜ ਨੇ 10 ਨਵੰਬਰ 1616 ਨੂੰ ਅਜਮੇਰ ਤੋਂ ਦੱਖਣ ਵੱਲ ਕੂਚ ਕੀਤਾ ਅਤੇ ਦੱਖਣ ਤੋਂ ਅਕਤੂਬਰ 1617 ਵਿੱਚ ਜਹਾਂਗੀਰ ਗੁਜਰਾਤ ਕਾਠੀਵਾੜ ਵੱਲ ਰਵਾਨਾ ਹੋ ਗਿਆ। 5 ਜਨਵਰੀ 1618 ਤੋਂ ਅਗਸਤ 1618 ਤੱਕ ਬਾਦਸ਼ਾਹ ਨੇ ਅਹਿਮਦਾਬਾਦ ਵਿੱਚ ਮੁਕਾਮ ਕੀਤੀ ਰੱਖਿਆ। 18 ਅਗਸਤ ਨੂੰ ਅਹਿਮਦਾਬਾਦ ਤੋਂ ਸ਼ਾਹੀ ਸੈਨਾ ਆਗਰੇ ਨੂੰ ਮੁੜੀ। ਅਕਬਰ ਵਿੱਚ ਉਜੈਨ ਪਹੁੰਚੇ। ਉਤਨੇ ਨੂੰ ਖਬਰ ਆ ਗਈ ਕਿ ਸਾਰੇ ਦੁਆਬੇ ਵਿੱਚ ਗਿਲਟੀ ਤਾਪ ਬੜੇ ਜ਼ੋਰਾਂ ਵਿੱਚ ਹੈ। ਇਸ ਵਾਸਤੇ 5-6 ਮਹੀਨੇ ਜਹਾਂਗੀਰ ਨੇ ਉਜੈਨ ਵਾਲੇ ਪਾਸੇ ਹੀ ਆਪਣਾ ਡੇਰਾ ਕੀਤੀ ਰੱਖਿਆ। ਅਪ੍ਰੈਲ 1619 ਵਿੱਚ ਉਹ ਆਗਰੇ ਪਹੁੰਚਾ ਹੈ। ਜਹਾਂਗੀਰ ਨੇ ਆਪਣੀ ਹੱਡਬੀਤੀ ਵਿੱਚ ਲਿਖਿਆ ਹੈ ਕਿ ਮੇਰੀ ਸ਼ਰਾਬ ਪੀਣ ਦੀ ਆਦਤ ਇਤਨੀ ਵੱਧ ਗਈ ਕਿ ਮੈਂ ਹਰ ਰੋਜ਼ 5-5 ਸੇਰ ਪੱਕੇ ਪੀ ਜਾਂਦਾ ਸਾਂ। ਨੂਰ ਜਹਾਂ ਦੀ ਪ੍ਰੇਰਨਾ ਵੀ ਉਸ ਨੂੰ ਇਸ ਆਦਤ ਤੋਂ ਰੋਕ ਨਾ ਸਕੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਜਹਾਂਗੀਰ ਨੂੰ ਦਮੇ ਦੀ ਬਿਮਾਰੀ ਹੋ ਗਈ, ਜਿਸ ਕਰਕੇ ਬਹੁਤਾ ਚਿਰ ਗਰਮ ਇਲਾਕੇ ਵਿੱਚ ਰਹਿਣਾ ਉਸ ਲਈ ਬਹੁਤ ਔਖਾ ਹੋ ਗਿਆ। ਸਨ 1620 ਦੇ ਸ਼ੁਰੂ ਵਿੱਚ ਹੀ ਜਹਾਂਗੀਰ ਆਗਰੇ ਤੋਂ ਚੱਲ ਪਿਆ ਅਤੇ ਕਲਾਨੌਰ ਦੇ ਰਸਤੇ ਕਸ਼ਮੀਰ ਜਾ ਪਹੁੰਚਿਆ, ਜਿੱਥੇ ਉਸਨੇ ਮਾਰਚ ਤੋਂ ਲੈ ਕੇ ਅਕਤੂਬਰ ਤੱਕ ਡੇਰਾ ਰੱਖਿਆ। ਅਸੀਂ ਪਿੱਛੇ ਵੇਖ ਆਏ ਹਾਂ ਕਿ ਕਸ਼ਮੀਰ ਵਿੱਚ ਗਿਲਟੀ ਤਾਪ ਸਨ 1616 ਤੋਂ 1624 ਤੱਕ ਰਿਹਾ ਸੀ। ਨੋਟ ਕਰ ਲੈਣਾ ਇਹ। ਜਹਾਂਗੀਰ ਨੇ ਕਸ਼ਮੀਰ ਜਾ ਕੇ ਲੋਕਾਂ ਦੀ ਤਬਾਹੀ ਦੇ ਹਾਲ ਅੱਖੀਂ ਵੇਖੇ। ਰਿਪੋਰਟਾਂ ਤਾਂ ਉਸ ਨੂੰ ਹਾਕਮਾਂ ਵੱਲੋਂ ਪਹਿਲਾਂ ਹੀ ਪਹੁੰਚ ਜਾਂਦੀਆਂ ਸਨ। ਇਹ ਵੀ ਉਸਨੇ ਸੁਣ ਵੇਖ ਲਿਆ ਕਿ ਗੁਰੂ ਅਰਜਨ ਦੇਵ ਜੀ ਦੇ ਵੀਰ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਖਤਰੇ ਭਰੇ ਸਮੇਂ ਆਪ ਕਸ਼ਮੀਰ ਅੱਪੜ ਕੇ ਦੁਖੀਆਂ ਦੀ ਸਹਾਇਤਾ ਕੀਤੀ, ਜਿਸ ਦਾ ਸਦਕਾ ਅਨੇਕਾਂ ਹਿੰਦੂ ਘਰਾਣੇ ਸਿੱਖ ਬਣ ਗਏ ਸਨ। ਸਗੋਂ ਹਿੰਦੂਓਂ ਮੁਸਲਮਾਨ ਬਣੇ ਅਨੇਕਾਂ ਬੰਦੇ ਵੀ ਸਿੱਖ ਧਰਮ ਕਬੂਲ ਕਰ ਚੁੱਕੇ ਸਨ। ਕਸ਼ਮੀਰ ਤੋਂ ਵਾਪਸੀ ਤੇ ਜਹਾਂਗੀਰ ਪੀਰ ਪੰਜਾਲ, ਬਾਰਾਮੁੱਲਾ, ਨੌਸ਼ਹਿਰਾ, ਰਾਜੌੜੀ, ਭਿੰਬਰ ਅਤੇ ਰਸਤੇ ਲਾਹੌਰ ਆਇਆ। 20 ਨਵੰਬਰ 1620 ਨੂੰ ਇੱਥੇ ਪਹੁੰਚਿਆ ਅਤੇ ਸਿਰਫ 4 ਦਿਨ ਹੀ ਠਹਿਰਿਆ। ਲਾਹੌਰ ਵਿੱਚ ਵੀ ਗਿਲਟੀ ਤਾਪ ਨੇ ਤਬਾਹੀ ਮਚਾਈ ਹੋਈ ਸੀ। ਇੱਥੇ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਆ ਕੇ ਦੁਖੀਆਂ ਦੀ ਮਦਦ ਕੀਤੀ ਸੀ। ਹਿੰਦੂ ਮੁਸਲਮਾਨ ਸਾਰੇ ਹੀ ਸਤਿਗੁਰੂ ਜੀ ਦੀ ਸਿਫਤ ਕਰਦੇ ਸਨ। ਜਹਾਂਗੀਰ ਨੇ 4 ਦਿਨਾਂ ਵਿੱਚ ਹੀ ਇਹ ਸਭ ਕੁਝ ਸੁਣ ਲਿਆ। ਉਸ ਨੂੰ ਸਿੱਖਾਂ ਦੀ ਇਹ ਵੱਧਦੀ ਤਾਕਤ ਆਪਣੀ ਬਾਦਸ਼ਾਹੀ ਵਾਸਤੇ ਭਾਰੀ ਖਤਰੇ ਵਾਲੀ ਜਾਪੀ ਹੈ। ਗੁਰੂ ਹਰਗੋਬਿੰਦ ਸਾਹਿਬ ਦਾ ਹਰਮਨ ਪਿਆਰਾ ਹੋਣਾ ਵੀ ਉਸ ਨੂੰ ਪਸੰਦ ਨਾ ਆਇਆ। ਔਰ ਇਹ ਕੁਦਰਤੀ ਗੱਲ ਹੈ ਕਿ ਜੋ ਲੋਕਾਂ ਦੀ ਸੇਵਾ ਕਰਦਾ ਹੈ ਉਹ ਸਭਨਾਂ ਦਾ ਪਿਆਰਾ ਹੋ ਜਾਂਦਾ ਹੈ। ਗੁਰਬਾਣੀ ਨੂੰ ਵੀ ਅਸੀਂ ਪੜ੍ਹਦੇ ਹਾਂ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ।
ਜਿਹੜਾ ਹਰੀ ਦਾ ਪਿਆਰਾ ਹੈ ਨਾ, ਉਹ ਸਭਨਾਂ ਦਾ ਪਿਆਰਾ ਹੈਗਾ, ਤੇ ਜਿਹੜਾ ਹਰੀ ਦਾ ਹੀ ਪਿਆਰਾ ਨਹੀਂ ਹੈ ਤੇ ਉਹ ਕਿਸ ਦਾ ਪਿਆਰਾ ਹੋਏਗਾ। ਹਰੀ ਕਿਹਦੇ ਵਿੱਚ ਵਸਦਾ ਹੈ? ਖਲਕਤ ਵਿੱਚ ਵਸਦਾ ਹੈ, ਲੋਕਾਂ ਵਿੱਚ ਵਸਦਾ ਹੈ, ਦੁਨੀਆ ਵਿੱਚ ਵਸਦਾ ਹੈਗਾ। ਸੋ ਜੋ ਖਲਕਤ ਦਾ ਦਰਦ ਮਹਿਸੂਸ ਕਰਦਾ ਹੈ ਉਹ ਤੇ ਸਭਨਾਂ ਦਾ ਪਿਆਰਾ ਹੋਣਾ ਹੀ ਹੈ, ਤੇ ਜੋ ਮਹਾ ਬਿਮਾਰੀਆਂ ਵਿੱਚ ਲਾਮੇ ਬੈਠਾ ਰਵੇ, ਪਾਸੇ ਬੈਠਾ ਰਵੇ, ਤੇ ਉਹ ਕਿਸ ਦਾ ਪਿਆਰਾ ਹੋ ਸਕਦਾ? ਕਿਸੇ ਦਾ ਵੀ ਨਹੀਂ। ਸੋ ਹਰਮਨ ਪਿਆਰੇ ਧਰਮ ਪ੍ਰਚਾਰਕ ਜਹਾਂਗੀਰ ਨੂੰ ਸਦਾ ਹੀ ਆਪਣੇ ਵਾਸਤੇ ਖਤਰਾ ਜਾਪਿਆ ਕਰਦੇ ਸਨ, ਚਾਹੇ ਕੋਈ ਹਿੰਦੂ ਹੋਵੇ ਚਾਹੇ ਮੁਸਲਮਾਨ। ਜਦੋਂ ਵੀ ਕੋਈ ਅਜਿਹਾ ਸਿਰ ਕੱਢ ਨਿਕਲਦਾ ਸੀ, ਜਹਾਂਗੀਰ ਉਸ ਨੂੰ ਨਜ਼ਰਬੰਦ ਕਰ ਦਿੰਦਾ ਸੀ। ਪਰ ਇਹ ਨਜ਼ਰਬੰਦੀ ਵੀ ਉਹ ਬਹੁਤ ਚਿਰ ਨਹੀਂ ਸੀ ਰੱਖਦਾ, ਤਾਂ ਕਿ ਕਿਤੇ ਆਮ ਲੋਕ ਵਿਗੜ ਨਾ ਜਾਣ, ਪਾਓ ਦੇ ਵਿਰੋਧ ਵਿੱਚ ਨਾ ਜਾਣ। ਉਂਝ ਵੀ ਸ਼ਰਾਬੀ ਬੰਦੇ ਦਾ ਇਹ ਸੁਭਾਅ ਹੀ ਹੁੰਦਾ ਹੈ, ਘੜੀ ਤੋਲਾ ਘੜੀ ਮਾਸਾ। ਸੰਨ 1619 ਵਿੱਚ ਜਹਾਂਗੀਰ ਨੇ ਸਰਹੰਦ ਦੇ ਦੋ ਮੁਸਲਮਾਨ ਪੀਰਾਂ ਸ਼ੇਖ ਅਹਿਮਦ ਅਤੇ ਸ਼ੇਖ ਇਬਰਾਹਿਮ ਬਾਬਾ ਨੂੰ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਸੀ। ਗੁਜਰਾਤ ਦੇ ਸਵੈਤੰਬਰ ਜ਼ੈਨੀਆਂ ਉੱਤੇ ਵੀ ਸਖਤੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ ਇਸੇ ਜਹਾਂਗੀਰ ਨੇ। 4 ਦਿਨ ਲਾਹੌਰ ਠਹਿਰ ਕੇ ਜਹਾਂਗੀਰ ਨੇ 25 ਨਵੰਬਰ ਨੂੰ ਆਗਰੇ ਵੱਲ ਕੂਚ ਕੀਤਾ। ਮੁਗਲ ਇਤਿਹਾਸ ਲਿਖਦਾ ਹੈ ਕਿ ਲਾਹੌਰ ਤੋਂ ਆਗਰੇ ਪਹੁੰਚਣ ਲਈ 70 ਦਿਨ ਰਸਤੇ ਵਿੱਚ ਲੱਗੇ, 49 ਦਿਨ ਸਫ਼ਰ ਅਤੇ 21 ਦਿਨ ਮੁਕਾਮ। ਇਹਨਾਂ 70 ਦਿਨਾਂ ਵਿੱਚੋਂ ਪਹਿਲੇ 23 ਦਿਨ ਦਾ ਬਿਆਸਾ ਤੋਂ ਉਰੇ ਹੀ ਬਿਤਾ ਦਿੱਤੇ। 2 ਦਿਨਾਂ ਦਾ ਪੈਂਡਾ ਜਹਾਂਗੀਰ ਨੇ 23 ਦਿਨਾਂ ਵਿੱਚ ਮੁਕਾਇਆ। ਬਿਆਸ ਦੇ ਕੰਢੇ ਗੋਬਿੰਦਵਾਲ 5 ਦਿਨ ਮੁਕਾਮ ਕੀਤਾ। ਇਸ ਤਰ੍ਹਾਂ ਮਾਝੇ ਦੇ ਪਿੰਡਾਂ ਵਿੱਚੋਂ ਪੂਰੀਆਂ ਖਬਰਾਂ ਹਾਸਲ ਕਰਕੇ ਜਹਾਂਗੀਰ ਨੂੰ ਤਸੱਲੀ ਹੋ ਗਈ ਕਿ ਮਾਝੇ ਦਾ ਬੱਚਾ ਗੁਰੂ ਹਰਗੋਬਿੰਦ ਸਾਹਿਬ ਤੋਂ ਵਾਕਿਆ ਹੋਇਆ ਹੈ, ਜਾਣਕਾਰ ਹੈ, ਔਰ ਇਸ ਗੱਲ ਉਸ ਦੇ ਵਾਸਤੇ ਅਸਹਿ ਸੀ ਕਿ ਹਰੇਕ ਬੰਦਾ ਗੁਰੂ ਹਰਗੋਬਿੰਦ ਸਾਹਿਬ ਦਾ ਆਦਰ ਕਰਦਾ ਹੈ, ਸਤਿਕਾਰ ਕਰਦਾ ਹੈਗਾ। ਮਾਰਚ ਵਿੱਚ ਆਗਰੇ ਪਹੁੰਚ ਕੇ ਜਹਾਂਗੀਰ ਨੇ ਗੁਪਤ ਹੁਕਮ ਜਾਰੀ ਕਰ ਦਿੱਤੇ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਲਿਆ ਕੇ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕੀਤਾ ਜਾਏ। ਉਸ ਕਿਲੇ ਵਿੱਚ ਰਾਜਸੀ ਕੈਦੀ ਰੱਖੇ ਜਾਂਦੇ ਸਨ। ਹਿੰਦੂ ਰਾਜੇ ਜਿਨ੍ਹਾਂ ਦੇ ਵਿਰੁੱਧ ਰਾਜ ਧਰੋਹ ਆਦਿਕ ਦੀਆਂ ਸ਼ਿਕਾਇਤਾਂ ਜਾਂ ਖਤਰਾ ਹੁੰਦਾ ਸੀ, ਉੱਥੇ ਹੀ ਕੈਦ ਕੀਤੇ ਹੋਏ ਸਨ। ਜਿਤਨਾ ਚਿਰ ਸਤਿਗੁਰੂ ਜੀ ਕਿਲੇ ਵਿੱਚ ਰਹੇ, ਉਧਰ ਦੇ ਸਿੱਖ ਦੂਰੋਂ ਆ ਕੇ ਕਿਲੇ ਦੇ ਬਾਹਰ ਖਲੋ ਕੇ ਹੀ ਆਪਣੇ ਦਿਲ ਦੇ ਪਾਤਸ਼ਾਹ ਅੱਗੇ ਸਿਰ ਨਿਵਾ ਜਾਂਦੇ ਸਨ ਤੇ ਉਸ ਧਰਤੀ ਦੀ ਧੂੜ ਆਪਣੇ ਸਿਰ ਮੱਥੇ ਉੱਤੇ ਲਾਉਂਦੇ ਸਨ। ਇਹ ਸਭ ਖਬਰਾਂ ਜਹਾਂਗੀਰ ਨੂੰ ਪਹੁੰਚ ਰਹੀਆਂ ਸਨ। ਗੁਰੂ ਹਰਗੋਬਿੰਦ ਸਾਹਿਬ ਜਦੋਂ ਤੱਕ ਕਿਲੇ ਵਿੱਚ ਰਹੇ, ਲੋਕਾਂ ਨੂੰ ਪਤਾ ਲੱਗਿਆ ਤੇ ਲੋਕ ਆ ਕੇ ਕਿਲੇ ਦੀਆਂ ਦੀਵਾਰਾਂ ਨੂੰ ਚੁੰਮਦੇ, ਬਾਹਰੋਂ ਨਮਸਕਾਰ ਕਰਦੇ ਤੇ ਤੁਰ ਜਾਂਦੇ। ਇੱਥੋਂ ਹੀ ਕਹਿੰਦੇ ਨੇ ਕਿ ਜੋ ਸ਼ਬਦ ਚੌਂਕੀ ਜਥੇ ਨੇ ਉਹਨਾਂ ਦੀ ਪਰੰਪਰਾ ਤੁਰੀ। ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ ਵਿੱਚ ਵੀ ਸਿੱਖ ਅੰਮ੍ਰਿਤਸਰ ਤੋਂ ਆਣ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਲੇ ਤੋਂ ਬਾਹਰ ਨਮਸਕਾਰਾਂ ਕਰਕੇ ਜਾਂਦੇ ਸਨ। ਅਗਸਤ 1621 ਵਿੱਚ ਜਹਾਂਗੀਰ ਨੂੰ ਦਮੇ ਦਾ ਫਿਰ ਬੜਾ ਸਖਤ ਦੌਰਾ ਪੈ ਗਿਆ। ਆਗਰੇ ਦੀ ਸਿੱਲੀ ਤਪਸ ਵਿੱਚ ਉਸ ਵਾਸਤੇ ਅਸਹਿ ਹੋ ਗਈ। ਕਸ਼ਮੀਰ ਵੱਲ ਕੂਚ ਦੀ ਤਿਆਰੀ ਕੀਤੀ ਗਈ। ਆਗਰਾ ਛੱਡਣ ਤੋਂ ਪਹਿਲਾਂ ਉਸ ਨੇ ਸਰਹੰਦ ਦੇ ਦੋਹਾਂ ਪੀਰਾਂ ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ। ਸਵੈਤੰਬਰ ਜੈਨੀਆਂ ਉੱਤੇ ਸਖਤੀਆਂ ਵੀ ਬੰਦ ਕਰਾ ਦਿੱਤੀਆਂ। ਗਵਾਲੀਅਰ ਦੇ ਕਿਲੇ ਵਿੱਚ ਕੈਦ ਹਿੰਦੂ ਰਾਜਿਆਂ ਦੀ ਹਾਲਤ ਪਹਿਲਾਂ ਬੜੀ ਹੀ ਤਰਸਯੋਗ ਸੀ, ਪਰ ਜਦੋਂ ਸਤਿਗੁਰੂ ਜੀ ਉੱਥੇ ਪਹੁੰਚੇ ਸਨ ਤਾਂ ਉਹਨਾਂ ਦੀ ਪ੍ਰੇਰਨਾ ਸਦਕਾ ਰਾਜਿਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ। ਪਹਿਲਾਂ ਵੀ ਤਾਂ ਇਹ ਸ਼ੱਕ ਵਿੱਚ ਹੀ ਕੈਦ ਕੀਤੇ ਹੋਏ ਸਨ। ਜਿਹੜੇ ਕੁਝ ਸਿਰ ਚੁੱਕਣ ਜੋਗੇ ਸਨ, ਉਹਨਾਂ ਦਾ ਮੱਚ ਕੈਦ ਦੇ ਕਸ਼ਟਾਂ ਨੇ ਮਾਰ ਦਿੱਤਾ। ਜਦੋਂ ਸਤਿਗੁਰੂ ਜੀ ਦੀ ਰਿਹਾਈ ਦੇ ਹੁਕਮ ਆਏ, ਰਾਜਿਆਂ ਨੂੰ ਉਹਨਾਂ ਤੋਂ ਬਿਨਾਂ ਫਿਰ ਪੁਰਾਣੇ ਦੁੱਖਾਂ ਦਾ ਹੋਲ ਪੈ ਗਿਆ। ਇਹ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਉਸ ਕਿਲੇ ਵਿੱਚ ਗਏ ਸਨ, ਬੜੇ ਸਖਤ ਤਸੀਹੇ ਦਿੱਤੇ ਜਾਂਦੇ ਸਨ ਉਹਨਾਂ ਨੂੰ। ਪ੍ਰਿੰਸੀਪਲ ਸਤਵੀਰ ਸਿੰਘ ਨੇ ਤਾਂ ਲਿਖਿਆ ਵੀ ਰੋਟੀ ਦੇ ਵਿੱਚ ਕਈ ਵਾਰ ਖਾਣੇ ਵਿੱਚ ਕੱਚਾ ਪਾਰਾ ਇਤਿਆਦਿਕ ਦਿੱਤਾ ਜਾਂਦਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਲੇ ਦਾ ਖਾਣਾ ਖਾਣ ਤੋਂ ਮਨਾ ਕਰ ਦਿੱਤਾ ਸੀ, ਗਵਾਲੀਅਰ ਦਾ, ਤੇ ਉੱਥੋਂ ਦਾ ਦਰੋਗਾ ਸੀ ਹਰੀਦਾਸ ਦਰੋਗਾ। ਉਹ ਆਪਣੇ ਘਰੋਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਛਕਾਉਂਦਾ ਸੀਗਾ।
ਉਹ ਗੁਰੂ ਚਰਨਾਂ ਦਾ ਭੋਰਾ ਬਣਿਆ। ਸਾਰੇ ਜਿਹੜੇ ਰਾਜੇ ਸੀਗੇ ਉਹ ਜੋ ਕੈਦ ਚੱਲ ਰਹੇ ਸੀ, ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਵਿਚਕਾਰ ਦੇਖ ਕੇ ਖੁਸ਼ੀ ਦੀ ਲਹਿਰ ਤੋੜ ਗਈ। ਗੁਰੂ ਸਾਹਿਬ ਦੋਵੇਂ ਵਕਤ ਕਥਾ ਕੀਰਤਨ ਕਰਦੇ, ਪ੍ਰਵਚਨ ਕਰਦੇ, ਤੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਅੰਦਰ ਅਣਖ ਜਗਾਉਣ ਦੀ ਪਾਤਸ਼ਾਹ ਜੀ ਨੇ ਇੱਕ ਕਮਾਲ ਦੀ ਸ਼ਕਤੀ ਭਰੀ। ਉਹਨਾਂ ਨੂੰ ਦੱਸਿਆ ਕਿ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਐਸਾ ਕਾਹਦਾ ਜੀਣਾ ਹੈ ਜਦੋਂ ਅਣਖ ਹੀ ਮਰ ਜਾਏ। ਸੋ ਰਾਜਿਆਂ ਨੂੰ ਇਹ ਗੱਲ ਸਮਝ ਆਈ ਤੇ ਰਾਜੇ ਆਪਣੇ ਆਪ ਨੂੰ ਬੜਾ ਸੁਖੀ ਮਹਿਸੂਸ ਕਰਦੇ ਸੀ। ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਦੋਂ ਰਿਹਾਈ ਦੇ ਆਰਡਰ ਆਏ ਤੇ ਰਾਜੇ ਫਿਰ ਮਾਯੂਸ ਹੋ ਗਏ ਵੀ ਸਾਡਾ ਕੀ ਬਣੇਗਾ, ਸਾਡੇ ਹਾਲਾਤ ਤਾਂ ਬੜੇ ਖਰਾਬ ਨੇ, ਇਹ ਰਾਜਾ ਫਿਰ ਸਾਨੂੰ ਇਸੇ ਤਰ੍ਹਾਂ ਕੈਦ ਵਿੱਚ ਰੱਖੇਗਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਿਹਾਈ ਦੇ ਵੀ ਕਈ ਕਾਰਨ ਇਤਿਹਾਸਕਾਰਾਂ ਨੇ ਲਿਖੇ ਨੇ। ਭਾਈ ਬਿਧੀ ਚੰਦ ਦਾ ਉੱਥੇ ਜਾਣਾ, ਹੋਰ ਕਈ ਸਿੱਖਾਂ ਦਾ ਜਾਣਾ, ਔਰ ਘਾਈ ਬਣ ਕੇ ਜਾਣਾ, ਇਤਿਆਦਿਕ ਬਹੁਤ ਸਾਰੀਆਂ ਸਾਖੀਆਂ ਜਿਹੜੀਆਂ ਤੁਹਾਨੂੰ ਹੋਰ ਵਿਸਥਾਰ ਨਾਲ ਕਈ ਇਤਿਹਾਸਕਾਰਾਂ ਦੀਆਂ ਲਿਖੀਆਂ ਮਿਲਣਗੀਆਂ। ਔਰ ਇੱਥੋਂ ਤੱਕ ਲਿਖਿਆ ਵੀ ਮਿਲਦਾ ਕਿ ਸੁਪਨ ਵਿੱਚ ਤੋਏ ਸ਼ੇਰ ਡਰਾਇਓ, ਤੋਏ ਕੋਈ ਪੀਰ ਫਕੀਰ ਦਿਖਾਇਓ। ਵੀ ਸੁਪਨੇ ਦੇ ਵਿੱਚ ਤੈਨੂੰ ਕਿਸੇ ਜਿਹੜਾ ਸ਼ੇਰ ਨੇ ਡਰਾਇਆ ਹੈਗਾ, ਔਰ ਸਾਨੂੰ ਪਤਾ ਇਹ ਲੱਗਿਆ ਕਿ ਤੂੰ ਕੋਈ ਪੀਰ ਫਕੀਰ ਦਾ ਜਿਹੜਾ ਹੈ ਉਹ ਦਿਲ ਦੁਖਾਇਆ ਹੈਗਾ, ਜੋਤਿਸ਼ ਬਣ ਕੇ ਜਾਣਾ ਸਿੱਖਾਂ ਦਾ। ਇਤਿਆਦਿਕ ਬਹੁਤ ਸਾਰੀਆਂ ਘਟਨਾਵਾਂ ਨੇ। ਤੇ ਕਈ ਕਹਿੰਦੇ ਨੇ ਵੀ ਸਾਈਂ ਮੀਆਂ ਮੀਰ ਨੇ ਨੂਰ ਜਹਾਨ ਨਾਲ ਸੰਪਰਕ ਕੀਤਾ, ਜਹਾਂਗੀਰ ਦੀ ਸਭ ਤੋਂ ਛੋਟੀ ਬੇਗਮ ਨਾਲ, ਤੇ ਉਸ ਦੇ ਕਹਿਣ ਤੇ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਰਿਹਾਈ ਹੋਈ ਹੈ। ਕਾਰਨ ਕੁਝ ਵੀ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਜਦੋਂ ਹੁੰਦੀ ਹੈ ਤਾਂ ਰਾਜੇ ਫਿਰ ਇੱਕ ਵਾਰ ਦੁੱਖ ਨੂੰ ਮਹਿਸੂਸ ਕਰਦੇ ਨੇ, ਪੁਰਾਣੇ ਦਰਦਾਂ ਨੂੰ ਚੇਤੇ ਕਰਦੇ ਨੇ ਕਿ ਭਾਈ ਉਹੀ ਹਾਲਾਤ ਗੁਰੂ ਹਰਗੋਬਿੰਦ ਸਾਹਿਬ ਦੇ ਜਾਣ ਤੋਂ ਬਾਅਦ ਕਿਤੇ ਸਾਡੇ ਨਾ ਬਣ ਜਾਣ। ਸਤਿਗੁਰੂ ਜੀ ਨੇ ਕਿਲੇ ਦੇ ਹਾਕਮਾਂ ਰਾਹੀਂ ਬਾਦਸ਼ਾਹ ਨੂੰ ਰਾਜਿਆਂ ਦੀ ਰਿਹਾਈ ਵਾਸਤੇ ਪ੍ਰੇਰਨਾ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਹੁਣ ਇਹ ਸਾਡੇ ਸਾਥੀ ਬਣ ਗਏ ਨੇ, ਤੇ ਇਹ ਜਦ ਤੱਕ ਰਾਜੇ ਰਿਹਾ ਨਹੀਂ ਹੋਣਗੇ ਉਦੋਂ ਤੱਕ ਅਸੀਂ ਵੀ ਜਿਹੜਾ ਹੈ ਉਹ ਰਿਹਾ ਨਹੀਂ ਹੋਵਾਂਗੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਜੇ ਨੂੰ ਕਿਹਾ ਵੀ ਇਹਨਾਂ ਨੂੰ ਵੀ ਨਾਲ ਹੀ ਛੱਡਣਾ ਪੈਣਾ ਹੈਗਾ, ਕਿਉਂਕਿ ਸਿੱਖ ਦਾ ਜੀਵਨ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਿੱਖ ਦਾ ਜੀਵਨ ਹੈ ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰਤੇ ਸਦਾ ਸਮਾਲ। ਸਿੱਖ ਤਾਂ ਆਪਣੇ ਸਾਥੀਆਂ ਨੂੰ ਵੀ ਨਾਲ ਹੀ ਤਾਰ ਲੈਂਦਾ। ਇਹ ਤਾਂ ਗੁਰੂ ਪਾਤਸ਼ਾਹ ਜੀ ਸੀਗੇ ਜਿਨ੍ਹਾਂ ਦੇ ਸੰਗਤ ਕਰਕੇ ਜਿਹੜਾ ਹੈ ਉਹ ਰਾਜੇ ਵੀ ਉਹਨਾਂ ਦੀ ਬਿਰਤੀ ਚੇਂਜ ਹੋਈ ਤੇ ਉਹ ਗੁਰੂ ਪਾਤਸ਼ਾਹ ਜੀ ਦਾ ਆਦਰ ਮਾਣ ਸਤਿਕਾਰ ਜਿਹੜਾ ਹੈ ਕਰਦੇ ਸਨ। ਤੇ ਉਹਨਾਂ ਨੇ ਜਿਹੜਾ ਕਿ ਪਾਤਸ਼ਾਹ ਸੀ ਤਾਂ ਤੁਹਾਡੇ ਨਾਲ ਹੀ ਜਾਣਾ। ਤੇ ਗੁਰੂ ਸਾਹਿਬ ਜੀ ਨੇ ਜਹਾਂਗੀਰ ਨੂੰ ਕਹਿ ਦਿੱਤਾ ਭਾਈ ਅਸੀਂ ਤਦੇ ਬਾਹਰ ਆਵਾਂਗੇ ਜਦੋਂ ਇਹ ਰਾਜੇ ਬਾਹਰ ਆਉਣਗੇ। ਇਤਿਹਾਸ ਲਿਖਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਕਲੀਆਂ ਵਾਲਾ ਕੁੜਤਾ ਪਹਿਨ ਲਿਆ। 52 ਹੀ ਕੈਦੀਆਂ ਰਾਜਿਆਂ ਦੇ ਕੁੜਤੇ ਦੀ ਇੱਕ ਇੱਕ ਕਲੀ ਫੜ ਲਈ। ਤੇ ਜਿਹੜਾ ਕਿਲਾ ਸੀਗਾ ਗਵਾਲੀਅਰ ਦਾ, ਉਸ ਕਿਲੇ ਦੇ ਵਿੱਚ 52 ਰਾਜੇ ਸੀਗੇ ਤੇ ਉਹ 52 ਰਾਜਿਆਂ ਨੂੰ ਜਿਹੜਾ ਹੈ ਉਹ ਬਾਹਰ ਕਿਵੇਂ ਕੱਢਿਆ ਜਾਵੇ। ਤੇ ਇੱਕ ਰਾਜੇ ਦਿੱਤਾ ਹੈਗਾ ਬਾਦਸ਼ਾਹ ਨੇ ਕਿ ਭਈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਲੀ ਫੜ ਲਏਗਾ, ਪੱਲਾ ਫੜ ਲਏਗਾ, ਉਹੀ ਬਾਹਰ ਆ ਸਕਦਾ, ਹੋਰ ਤੇ ਕੋਈ ਬਾਹਰ ਨਹੀਂ ਆ ਸਕਦਾ। ਤੇ ਗੁਰੂ ਪਾਤਸ਼ਾਹ ਜੀ ਨੇ ਫਿਰ 52 ਕਲੀਆਂ ਦਾ ਜਿਹੜਾ ਕੁੜਤਾ ਹੈ, ਚੋਲਾ ਹੈ, ਉਹ ਤਿਆਰ ਕਰਾਇਆ ਰਾਤੋਂ ਰਾਤ। ਉਹ 52 ਕਲੀਆਂ ਦਾ ਜਿਹੜਾ ਚੋਲਾ ਗੁਰੂ ਸਾਹਿਬ ਨੇ ਪਾਇਆ, ਇੱਕ ਇੱਕ ਕਲੀ ਫੜ ਕੇ ਰਾਜੇ ਜਿਹੜੇ ਨੇ ਉਹ ਬਾਹਰ ਆਏ। ਇਹਨੂੰ ਮੈਂ ਬੇਨਤੀ ਕਰਦਾ ਹੁੰਦਾ ਕਿ ਦੇਖੋ ਇਤਿਹਾਸ ਜਿਹੜਾ ਹੈ ਉਹ ਪ੍ਰੇਰਨਾ ਵਾਸਤੇ ਹੈ, ਉਹ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਉਹ ਸਿੱਖਿਆ ਵਾਸਤੇ ਹੈ। ਇਤਿਹਾਸ ਭਾਵੇਂ ਜਿਵੇਂ ਮਰਜ਼ੀ ਹੋਇਆ ਹੋਵੇ, ਗੱਲ ਇਹ ਹੈਗੀ ਹੈ ਕਿ ਗੱਲ ਚੱਲਦੀ ਹੈ ਗੁਰੂ ਸਾਹਿਬ ਜੀ ਦਾ ਪੱਲਾ ਫੜਨ ਦੀ, ਗੁਰੂ ਸਾਹਿਬ ਜੀ ਦਾ ਲੜ ਫੜਨ ਦੀ। 52 ਕਲੀਆਂ ਦੇ ਚੋਲੇ ਦੀਆਂ ਕਲੀਆਂ ਫੜ ਕੇ ਰਾਜਿਆਂ ਦਾ ਬਾਹਰ ਆਣਾ ਸਾਨੂੰ ਗੁਰਬਾਣੀ ਪ੍ਰੇਰਨਾ ਦਿੰਦੀ ਹੈ। ਭਾਈ ਜੇ ਇਹ ਤਾਂ ਗਵਾਲੀਅਰ ਦੇ ਕਿਲੇ ਦੀ ਗੱਲ ਹੈ, ਇਹ ਸੰਸਾਰ ਰੂਪੀ ਭੌਜਲ ਹੈ ਨਾ, ਇਸ ਸੰਸਾਰ ਰੂਪੀ ਭੌਜਲ ਤੋਂ ਵੀ ਤੁਸੀਂ ਬਾਹਰ ਆ ਸਕਦੇ ਹੋ। ਸਤਿਗੁਰੂ ਜੀ ਅਸੀਂ ਤੇ ਕਲਯੁਗੀ ਜੀਵ ਆ, ਸਾਨੂੰ ਤੇ ਇੰਨੀ ਸਿੱਖਿਆ ਨਹੀਂ ਕਿ ਇਸ ਸਾਖੀ ਤੋਂ ਕੀ ਸਿੱਖਿਆ ਮਿਲਦੀ ਹੈ, ਇੰਨਾ ਗਿਆਨ ਨਹੀਂ, ਆਪ ਹੀ ਕਿਰਪਾ ਕਰੋ। ਤਾਂ ਪਾਤਸ਼ਾਹ ਕਹਿੰਦੇ ਨੇ ਅੰਚਲ ਗਹਿ ਕੈ ਸਾਧਕਾ ਕਰਨਾ ਇਹ ਸੰਸਾਰ। ਤੇ ਗੁਰੂ ਦਾ ਸਾਧੂ ਦਾ ਅੰਚਲ ਫੜ ਲਓ। ਅੰਚਲ ਗਹਿ ਕੈ ਸਾਧਕਾ, ਗਹਿ ਦਾ ਅਰਥ ਹੁੰਦਾ ਫੜਨਾ।
ਜਦੋਂ ਤੁਸੀਂ ਗੁਰੂ ਦਾ ਪੱਲਾ ਫੜ ਲੈਂਦੇ ਹੋ ਨਾ, ਅੰਚਲ ਫੜ ਲੈਂਦੇ ਹੋ, ਤੇ ਅੰਚਲ ਕਹਿੰਦੇ ਨੇ ਪੱਲੇ ਨੂੰ, ਜਿਸ ਨੂੰ ਸ਼ਬਦ ਪੜ੍ਹਦੇ ਨਾ ਪੱਲੇ ਤੈਂਡਾ ਲਾਗੀ, ਇਹ ਇੱਕ ਬੱਚੀ ਆਪਣੇ ਪਤੀ ਦੇ ਲੜ ਲੱਗ ਜਾਂਦੀ ਹੈ, ਉਸ ਬੱਚੀ ਦਾ ਪਿਤਾ ਬੱਚੇ ਦਾ ਪੱਲਾ ਉਹਦੇ ਹੱਥ ਫੜਾ ਦਿੰਦਾ ਵੀ ਅੱਜ ਤੋਂ ਬਾਅਦ ਤੂੰ ਇਹਨਾਂ ਦੇ ਨਾਲ ਰਹਿਣਾ ਹੈਗਾ, ਇਹਨਾਂ ਦੇ ਲੜ ਤੈਨੂੰ ਲਾਇਆ ਜਾਂਦਾ ਹੈਗਾ। ਸੋ ਉਹਨਾਂ ਨੇ ਵੀ, ਰਾਜਿਆਂ ਨੇ ਪ੍ਰਣ ਕਰ ਲਿਆ ਵੀ ਅੱਜ ਤੋਂ ਬਾਅਦ ਅਸੀਂ ਗੁਰੂ ਸਾਹਿਬ ਜੀ ਦਾ ਲੜ ਫੜਨਾ ਹੈ, ਪੱਲਾ ਫੜਨਾ ਹੈਗਾ। ਤੇ ਸਾਨੂੰ ਵੀ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਜੇ ਅਸੀਂ ਗੁਰੂ ਦਾ ਪੱਲਾ ਫੜ ਲਾਂਗੇ, ਲੜ ਫੜ ਲਾਂਗੇ, ਤਾਂ ਅਸੀਂ ਸੰਸਾਰ ਸਾਗਰ ਤੋਂ ਸੁੱਤੇ ਸਿੱਧ ਪਾਰ ਹੋ ਸਕਦੇ ਹਾਂ। ਅੰਚਲ ਗਹਿ ਕਹਿ ਸਾਧਕਾ ਤਰਨਾ ਇਹ ਸੰਸਾਰ, ਠੀਕ ਹੈ। ਸੋ ਇਸੇ ਤਰ੍ਹਾਂ ਉਹ ਰਾਜੇ ਬਾਹਰ ਆ ਗਏ ਤੇ ਗੁਰੂ ਪਾਤਸ਼ਾਹ ਜੀ ਨੂੰ ਜਿਹੜਾ ਹੈ ਉਹ ਨਾਮ ਦਿੱਤਾ ਗਿਆ ਬੰਦੀ ਛੋੜ ਦਾਤਾ। ਗੁਰੂ ਸਾਹਿਬ ਜੀ ਨੇ ਫਿਰ ਉਹਨਾਂ ਰਾਜਿਆਂ ਨੂੰ ਕੈਦ ਤੋਂ ਮੁਕਤ ਕਰਾਇਆ ਤੇ ਗੁਰੂ ਪਾਤਸ਼ਾਹ ਜੀ ਨੂੰ ਨਾਮ ਇਤਿਹਾਸ ਨੇ ਬੰਦੀ ਛੋੜ ਦਾਤਾ ਦੇ ਨਾਂ ਨਾਲ ਜਾਣਿਆ ਗਿਆ। ਗੁਰੂ ਹਰਗੋਬਿੰਦ ਸਾਹਿਬ ਦਾ ਦੂਜਾ ਨਾਂ ਜਿਹੜਾ ਹੈ ਉਹ ਬੰਦੀ ਛੋੜ ਦਾਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਉਡੀਨਾ। ਤੇ ਸਤਿਗੁਰੂ ਤਾਂ ਬੰਦੀ ਛੋੜ ਨੇ, ਉਹ ਤਾਂ ਜਿਉਂਦੇ ਜੀ ਜੀਵਨ ਮੁਕਤ ਕਰਨ ਵਾਲੇ ਨੇ। ਸੋ ਕਿਲੇ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਵੀ ਹੈ ਜੋ ਉਸ ਪੁਰਾਣੀ ਯਾਦ ਦਾ ਚੇਤਾ ਕਰਾਉਂਦਾ ਹੈ। ਇਹ ਜ਼ਿਕਰ ਅਗਸਤ 1621 ਦਾ ਹੈਗਾ, ਠੀਕ ਹੈ ਜੀ। ਜਦੋਂ ਗੁਰੂ ਸਾਹਿਬ ਜੀ ਦੀ ਰਿਹਾਈ ਹੋਈ ਹੈ ਤੇ ਉਹ ਅਗਸਤ ਦੇ ਮਹੀਨੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖੀ ਹੈ 1621। ਤੇ ਗੁਰੂ ਸਾਹਿਬ ਜੀ ਦੀ ਰਿਹਾਈ ਨੂੰ ਚੇਤਰ ਰੱਖਣ ਯੋਗ ਹੈ ਕਿ ਇਹਨਾਂ ਤਿੱਥਾਂ ਦੇ ਮੁਤਾਬਕ, ਡੇਟਾਂ ਦੇ ਮੁਤਾਬਕ 400 ਸਾਲਾ ਬਣਦਾ ਹੈਗਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਦੀ ਰਿਹਾਈ ਦਾ। ਇੱਥੇ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ ਕਿ ਜਿਸ ਦਿਨ ਪਾਤਸ਼ਾਹ ਜੀ ਮੁਕਤ ਹੋਏ ਨੇ, ਕਿਲੇ ਤੋਂ ਬਾਹਰ ਆਏ ਨੇ, 52 ਰਾਜਿਆਂ ਨੂੰ ਲੈ ਕੇ ਅੰਮ੍ਰਿਤਸਰ ਗਏ ਨੇ, ਉਦੋਂ ਦੀਵਾਲੀ ਵਾਲਾ ਦਿਨ ਸੀਗਾ ਤੇ ਗੁਰੂ ਪਾਤਸ਼ਾਹ ਜੀ ਅੰਮ੍ਰਿਤਸਰ ਪਹੁੰਚੇ, ਫਿਰ ਦੀਵੇ ਜਗਾਏ ਗਏ, ਆਤਿਸ਼ਬਾਜ਼ੀ ਹੋਈ ਤੇ ਗੁਰਸਿੱਖਾਂ ਨੇ ਫਿਰ ਉਹ ਦੀਵਾਲੀ ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ ਮਨਾਈ ਹੈ। ਪਿਆਰਿਓ, ਅਗਸਤ ਮਹੀਨੇ ਵਿੱਚ ਮੇਰਾ ਖਿਆਲ ਹੈ ਕਿ ਦੀਵਾਲੀ ਕਦੇ ਵੀ ਨਹੀਂ ਆਈ ਹੈਗੀ ਹੈ। ਦੀਵਾਲੀ ਜਿਹੜਾ ਅਕਤੂਬਰ ਲਾਸਟ ਜਾਂ ਨਵੰਬਰ ਦੇ ਸ਼ੁਰੂ ਵਿੱਚ ਆਉਂਦੀ ਹੈਗੀ ਹੈ। ਦੀਵਾਲੀ ਵਾਲਾ ਦਿਨ ਜਿਹੜਾ ਹੈ ਉਹ ਇਤਿਹਾਸਕਾਰਾਂ ਨੇ ਨਹੀਂ ਮੰਨਿਆ ਹੈਗਾ। ਹਾਂ, ਇਹ ਗੱਲ ਕਹਿ ਸਕਦੇ ਹਾਂ ਕਿ ਸਿਆਣੇ ਦਾਨੇ ਪ੍ਰਵੀਨਾਂ ਨੇ, ਗੁਰੂ ਪੰਥ ਨੇ ਇਕੱਠਾ ਹੋ ਕੇ ਇੱਕ ਫੈਸਲਾ ਕਰ ਲਿਆ ਕਿ ਕੌਮ ਪਹਿਲਾਂ ਤੋਂ ਹੀ ਵਿਸਾਖੀ ਤੇ ਦੀਵਾਲੀ ਨੂੰ ਇਕੱਤਰ ਹੁੰਦੀ ਸੀ। ਚੰਗਾ ਹੋਵੇ ਕਿ ਜਿਵੇਂ ਗੁਰੂ ਪਾਤਸ਼ਾਹ ਜੀ ਨੇ ਹੋਲੀ ਦੀ ਥਾਂ ਸਾਨੂੰ ਹੋਲਾ ਮਹੱਲਾ ਬਖਸ਼ਿਸ਼ ਕੀਤਾ ਹੈ, ਕਿ ਸਿੱਖਾਂ ਨੂੰ ਬਜਾਏ ਦੀਵਾਲੀ ਵਾਲੇ ਦਿਨ ਜਿਹੜਾ ਹੈ ਉਹ ਲక్ష్ਮੀ ਪੂਜਾ ਇਤਿਆਦਿਕ ਤੇ ਵਰਜ ਕੇ ਤੇ ਇਹਨਾਂ ਨੂੰ ਗੁਰ ਸ਼ਬਦ ਦੇ ਨਾਲ, ਗੁਰ ਇਤਿਹਾਸ ਨਾਲ ਜੋੜਿਆ ਜਾਏ। ਇਸ ਕਰਕੇ ਪੰਥ ਨੇ ਇਹ ਫੈਸਲਾ ਕੀਤਾ ਕਿ ਸਿੱਖ ਦੀਵਾਲੀ ਨਹੀਂ, ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ ਮਨਾਉਣਗੇ। ਸਿੱਖ ਹੋਲੀ ਨਹੀਂ, ਸਿੱਖ ਹੋਲਾ ਮਹੱਲਾ ਮਨਾਉਣਗੇ। ਸੋ ਜਿਹੜੇ ਕੌਮੀ ਪੱਧਰ ਤੇ ਫੈਸਲੇ ਹੁੰਦੇ ਨੇ ਉਹ ਸਾਨੂੰ ਖਿੜੇ ਮੱਥੇ ਪ੍ਰਵਾਨ ਕਰਨੇ ਚਾਹੀਦੇ ਨੇ, ਤਾਂ ਕਿ ਸਿਆਣਿਆਂ ਨੇ ਬੜੀ ਦੂਰ ਅੰਦੇਸੀ ਸੋਚ ਕੇ ਜਿਹੜਾ ਹੈ ਉਹ ਸਾਨੂੰ ਇਹ ਤਿਉਹਾਰ ਸਾਡੇ ਕੌਮੀ ਬਖਸ਼ਿਸ਼ ਕੀਤੇ ਨੇ, ਜਿਨ੍ਹਾਂ ਤਿਉਹਾਰਾਂ ਤੇ ਅਸੀਂ ਗੁਰਮਤ ਦੀ ਗੱਲ ਸਿੱਖ ਸਕਦੇ ਹਾਂ ਤੇ ਸਿਖਾ ਸਕਦੇ ਹਾਂ। ਜਹਾਂਗੀਰ ਦੇ ਨਾਲ ਪੰਜਾਬ ਨੂੰ ਵਾਪਸੀ। ਜਹਾਂਗੀਰ ਆਖਣ ਨੂੰ ਤਾਂ ਮੁਸਲਮਾਨ ਸੀ, ਪਰ ਹਿੰਦੂ ਮਾਂ ਦੇ ਪੇਟੋਂ ਜੰਮਣ ਕਰਕੇ ਉਸ ਦੇ ਦਿਲ ਉੱਤੇ ਹਿੰਦੂ ਸਭਿਅਤਾ ਦੇ ਕਈ ਪ੍ਰਭਾਵ ਪ੍ਰਤੱਖ ਦਿਸਦੇ ਸਨ, ਕਿਉਂਕਿ ਅਕਬਰ ਦੀ ਜਿਹੜੀ ਘਰਵਾਲੀ ਸੀ ਉਹ, ਇਹਦੀ ਮਾਂ, ਉਹ ਹਿੰਦੂਆਣੀ ਸੀ। ਜਦੋਂ ਵੀ ਕਦੇ ਉਹ ਸਫ਼ਰ ਲਈ ਤੁਰਦਾ ਸੀ ਤਾਂ ਜੋਤਿਸ਼ ਸ਼ੁਭ ਲਗਨ ਮਹੂਰਤ ਸੋਚਦੇ ਸਨ। ਉਹਨਾਂ ਲਗਨਾਂ ਮਹੂਰਤਾਂ ਵੱਲੋਂ ਕਦੇ ਵੀ ਉਕਾਈ ਨਹੀਂ ਕੀਤੀ ਜਾਂਦੀ ਸੀ। ਸੰਤਾਂ ਸਾਧਾਂ ਪੀਰਾਂ ਫਕੀਰਾਂ ਦਾ ਆਦਰ ਸਤਿਕਾਰ ਵੀ ਜਹਾਂਗੀਰ ਕਰਦਾ ਸੀ, ਪਰ ਉਸ ਨੂੰ ਇਹ ਧੋਖਲਾ ਵੀ ਸਦਾ ਟਿਕਿਆ ਰਹਿੰਦਾ ਸੀ ਕਿ ਕੋਈ ਸੰਤ ਸਾਧ ਫਕੀਰ ਇਤਨਾ ਹਰਮਨ ਪਿਆਰਾ ਨਾ ਬਣ ਜਾਏ ਜਿਸ ਕਰਕੇ ਉਸ ਦੇ ਰਾਜ ਵਿੱਚ ਕਿਸੇ ਗੜਬੜ ਦੀ ਸੰਭਾਵਨਾ ਹੋ ਸਕੇ। 4 ਕੁ ਮਹੀਨਿਆਂ ਦੀ ਨਜ਼ਰਬੰਦੀ ਤੋਂ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਪਰਤੇ। ਸੋ ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬਿਲਕੁਲ ਕਲੀਅਰ ਲਿਖਿਆ, 4 ਕੁ ਮਹੀਨੇ ਗੁਰੂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚ ਰਹੇ ਨੇ। ਪ੍ਰਿੰਸੀਪਲ ਸਤਵੀਰ ਸਿੰਘ ਨੇ 1.5 ਸਾਲ ਦਾ ਸਮਾਂ ਲਿਖਿਆ, ਕਈਆਂ ਨੇ ਕਈ ਸਾਲ ਦਾ ਸਮਾਂ ਲਿਖਿਆ ਹੈਗਾ।
ਸੋ ਇਸ ਕਰਕੇ ਅਸੀਂ ਉਸ ਪਾਸੇ ਨਹੀਂ ਜਾਣਾ। 4 ਕੁ ਮਹੀਨੇ ਦੀ ਨਜ਼ਰਬੰਦੀ ਦੀ ਗੱਲ ਚੱਲਦੀ ਹੈ। ਤੇ ਇੱਥੇ ਹੁਣੇ ਜ਼ਿਕਰ ਆਇਆ ਸੀ ਕਿ ਸਾਧੂ ਸੰਤਾਂ ਦਾ ਉਹ ਮਾਣ ਸਤਿਕਾਰ ਵੀ ਕਰਦਾ ਸੀ, ਪਰ ਉਹਨੂੰ ਇਹ ਸੀ ਵੀ ਕੋਈ ਸਾਧੂ ਇੰਨਾ ਪਪੂਲਰ ਨਾ ਹੋ ਜਾਏ ਕਿ ਤੇਰੀ ਰਾਜਗੱਦੀ ਨੂੰ ਖਤਰਾ ਹੋ ਜਾਏ, ਲੋਕ ਉਸਦੇ ਮਗਰ ਲੱਗ ਜਾਣ। ਫਿਰ ਤੁਸੀਂ ਆਖੋਗੇ ਵੀ ਗੁਰੂ ਅਰਜਨ ਸਾਹਿਬ ਜੀ ਨਾਲ ਜਿਹੜਾ ਇਸ ਤਰ੍ਹਾਂ ਦਾ ਵਰਤਾਰਾ ਕਿਉਂ ਕੀਤਾ। ਬਹੁਤ ਸਾਰੇ ਕਾਰਨ ਅਸੀਂ ਪਿੱਛੇ ਪੜ੍ਹ ਆਏ ਹਾਂ। ਗੁਰੂ ਅਰਜਨ ਸਾਹਿਬ ਜੀ ਦੀ ਜਿਹੜੀਆਂ ਜਿਨ੍ਹਾਂ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ, ਜਹਾਂਗੀਰ ਦੇ ਕੰਨ ਪੜੇ। ਤੁਝਕੇ ਜਹਾਂਗੀਰੀ ਵਿੱਚ ਵੀ ਇਸ ਗੱਲ ਦਾ ਆਨਸਰ ਜਿਹੜਾ ਹੈ ਉਹ ਜਹਾਂਗੀਰ ਲਿਖਦਾ ਹੈ, ਕਿਉਂਕਿ ਜਹਾਂਗੀਰ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਬਾਅਦ ਵਿੱਚ ਦੋਸਤੀ ਪਾ ਲਈ। ਤੇ ਉਹ ਜ਼ਿਕਰ ਕਰਦਾ ਹੈ, ਉਹ ਕਹਿੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਵੇਲੇ ਤੁਝਕੇ ਜਹਾਂਗੀਰੀ ਚ ਲਿਖਦਾ ਹੈ ਕਿ ਕੋਈ ਵੀ ਬਾਦਸ਼ਾਹ ਹੋਵੇ, ਉਸ ਬਾਦਸ਼ਾਹ ਦੇ ਆਪਣੇ ਕੰਨ ਤੇ ਆਪਣੀਆਂ ਅੱਖਾਂ ਨਹੀਂ ਹੁੰਦੀਆਂ। ਬਾਦਸ਼ਾਹ ਦੇ ਕੰਨ ਅਤੇ ਅੱਖਾਂ ਉਹਦੇ ਅਹਿਲਕਾਰ ਹੁੰਦੇ ਨੇ, ਉਹਦੇ ਮੁਲਾਜ਼ਮ ਹੁੰਦੇ ਨੇ, ਉਹਦੇ ਮੰਤਰੀ ਹੁੰਦੇ ਨੇ। ਜਿਵੇਂ ਉਹ ਕਹਿੰਦੇ ਨੇ ਉਸ ਮੁਤਾਬਕ, ਉਹਨਾਂ ਦੇ ਸੁਣੇ ਮੁਤਾਬਕ ਬਾਦਸ਼ਾਹ ਫੈਸਲਾ ਸੁਣਾ ਦਿੰਦਾ ਹੈ। ਤੋ ਚੰਗਾ ਹੋਵੇ ਕਿ ਬਾਦਸ਼ਾਹ ਦੇ ਜਿਹੜੇ ਅਹਿਲਕਾਰ ਨੇ, ਮੁਲਾਜ਼ਮ ਨੇ, ਉਹਨੂੰ ਠੀਕ ਰਿਪੋਰਟ ਦੇਣ, ਕਿਉਂਕਿ ਉਹ ਆਪਣੀਆਂ ਅੱਖਾਂ ਤੇ ਆਪਣੇ ਕੰਨਾਂ ਉੱਤੇ ਇਤਬਾਰ ਨਹੀਂ ਕਰਦਾ, ਉਹ ਆਪਣੇ ਮੰਤਰੀਆਂ ਦੇ ਭਰੋਸੇ ਫੈਸਲਾ ਕਰ ਲੈਂਦਾ, ਜੋ ਜਹਾਂਗੀਰ ਨੇ ਵੀ ਕੀਤਾ। ਪਰ ਇਹ ਗੱਲ ਲਿਖ ਕੇ ਮੈਂ ਫਿਰ ਬੇਨਤੀ ਕਰਾਂ ਕਿ ਜਹਾਂਗੀਰ ਦਾ ਤੁਝਕੇ ਜਹਾਂਗੀਰੀ ਵਿੱਚ ਇਹ ਗੱਲ ਲਿਖਣਾ, ਇਹ ਜਹਾਂਗੀਰ ਨੂੰ ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਰੀ ਨਹੀਂ ਕਰ ਸਕਦਾ, ਉਹਨੂੰ ਬਚਾਇਆ ਨਹੀਂ ਜਾ ਸਕਦਾ। ਇਹ ਜੋ ਉਸਨੇ ਵੱਡਾ ਪਾਪ ਕੀਤਾ ਹੈਗਾ, ਉਸ ਤੋਂ ਉਹਨੂੰ ਬਰੀ ਨਹੀਂ ਕੀਤਾ ਜਾ ਸਕਦਾ। ਉਹ ਦੋਸ਼ੀ ਹੈ, ਇਤਿਹਾਸ ਨੇ ਉਸਨੂੰ ਦੋਸ਼ੀ ਮੰਨਿਆ ਤੇ ਉਹ ਦੋਸ਼ੀ ਹੀ ਰਹੇਗਾ। ਜਹਾਂਗੀਰ ਨੇ ਕਸ਼ਮੀਰ ਵੱਲ ਆਉਣਾ ਸੀ। ਭਾਰਤ ਦੇ ਦੁਨਿਆਵੀ ਬਾਦਸ਼ਾਹ ਅਤੇ ਦੀਨ ਦੁਨੀਆ ਦੇ ਸੱਚੇ ਪਾਤਸ਼ਾਹ ਦੋਹਾਂ ਨੇ ਇਹ ਸਫ਼ਰ ਇਕੱਠਿਆਂ ਹੀ ਕੀਤਾ। ਡੇਰੇ ਆਪੋ ਆਪਣੇ ਵੱਖਰੇ ਵੱਖਰੇ ਹੁੰਦੇ ਸਨ। ਜੰਗਲ ਦੇ ਰਸਤਿਆਂ 'ਚ ਜਦੋਂ ਦੋਵੇਂ ਪਾਤਸ਼ਾਹ ਵੀ ਆ ਰਹੇ ਨੇ ਤੇ ਬਾਦਸ਼ਾਹ ਵੀ ਆ ਰਹੇ ਹੈ, ਤੇ ਜੰਗਲ ਵਿੱਚ ਪੜਾ ਕਰਨਾ, ਤੇ ਦੋਨੋਂ ਆਪੋ ਆਪਣੇ ਤੰਬੂਆਂ ਵਿੱਚ ਚਲੇ ਜਾਂਦੇ ਸੀ। ਡੇਰੇ ਦਿਨੇ ਮਿਲਦੇ ਹੁੰਦੇ ਸੀਗੇ, ਚਰਚਾ ਕਰਨੀ ਕਿਸੇ ਖਾਸ ਵਿਸ਼ੇ ਤੇ। ਕਹਿੰਦੇ ਨੇ ਕਿ ਸਿੱਖ ਇਤਿਹਾਸ ਨੇ ਰਸਤੇ ਦੀ ਇੱਕ ਨਿੱਕੀ ਜਿਹੀ ਸਵਾਦਲੀ ਘਟਨਾ ਦਾ ਜ਼ਿਕਰ ਕੀਤਾ ਹੈ, ਜੋ ਪਾਠਕਾਂ ਨੂੰ ਜੀਵਨ ਹੁਲਾਰਾ ਦੇਣ ਲਈ ਬਹੁਤ ਸਾਹੀ ਹੋਏਗਾ। ਸਾਖੀ ਆਉਂਦੀ ਹੈ ਕਿ ਇੱਕ ਗਰੀਬ ਘਾਈ ਸਿੱਖ ਨੂੰ ਪਤਾ ਲੱਗਾ ਕਿ ਜਹਾਂਗੀਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਵੀ ਇੱਥੋਂ ਹੀ ਲੰਘ ਰਹੇ ਹਨ। ਉਸਨੇ ਅਜੇ ਤੱਕ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਸੀ ਕੀਤੇ। ਸ਼ਾਹੀ ਕੈਂਪ ਵਿੱਚ ਜਾ ਕੇ ਸਿਪਾਹੀ ਨੂੰ ਆਖਣ ਲੱਗਾ ਕਿ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹਨ। ਜਹਾਂਗੀਰ ਨੇ ਹੁਕਮ ਦੇ ਰੱਖਿਆ ਹੋਇਆ ਸੀ ਕਿ ਜੇ ਕੋਈ ਫਰਿਆਦੀ ਆਵੇ ਤਾਂ ਉਸ ਨੂੰ ਕੋਈ ਰੋਕੇ ਨਾ, ਤੁਰੰਤ ਮੇਰੇ ਸਾਹਮਣੇ ਹਾਜ਼ਰ ਕੀਤਾ ਜਾਏ। ਸਿਪਾਹੀ ਨੇ ਸਮਝਿਆ ਕਿ ਕੋਈ ਫਰਿਆਦੀ ਹੈ, ਉਹ ਉਸ ਨੂੰ ਜਹਾਂਗੀਰ ਦੇ ਪਾਸ ਲੈ ਗਿਆ। ਸਿੱਖ ਨੇ ਇੱਕ ਟਕਾ ਸ਼ਾਹ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਅਤੇ ਜਿਵੇਂ ਸਿੱਖ ਆਪਣੇ ਸਤਿਗੁਰੂ ਦੇ ਦਰ ਤੇ ਸਿੱਖੀ ਸਿਦਕ ਨਾਮਦਾਨ ਮੰਗਦੇ ਹਨ, ਉਸਨੇ ਵੀ ਇਹੀ ਅਰਜ਼ੋਈ ਕੀਤੀ ਹੈ ਕਿ ਇਹ ਸੱਚੇ ਪਾਤਸ਼ਾਹ ਮੈਨੂੰ ਨਾਮਦਾਨ ਬਖਸ਼ਿਸ਼ ਕਰੋ, ਇਹ ਜਗਤ ਭੌਜਲ ਵਿੱਚੋਂ ਮੇਰੀ ਇਸ ਬਾਹ ਫੜੋ ਤੇ ਮੈਨੂੰ ਭੌਜਲ ਤੋਂ ਪਾਰ ਕਰ ਦਿਓ। ਜਹਾਂਗੀਰ ਸਮਝ ਗਿਆ ਕਿ ਇਹ ਸਿੱਖ ਭੁਲੇਖੇ ਨਾਲ ਉਸ ਦੇ ਪਾਸ ਲਿਆਂਦਾ ਗਿਆ ਹੈ। ਉਸਨੇ ਉਸ ਨੂੰ ਸਾਫ਼ ਦੱਸ ਦਿੱਤਾ ਕਿ ਅਜਿਹੀਆਂ ਬਖਸ਼ਿਸ਼ਾਂ ਕਰਨ ਵਾਲਾ ਸੱਚਾ ਪਾਤਸ਼ਾਹ ਤਾਂ ਦੂਜੇ ਕੈਂਪ ਵਿੱਚ ਹੈ। ਤੂੰ ਸਬਬ ਨਾਲ ਮੇਰੇ ਪਾਸ ਆ ਪੜਿਆ ਹੈ, ਜੇ ਕਹੀਂ ਤਾਂ ਮੈਂ ਤੈਨੂੰ ਲੋੜ ਅਨੁਸਾਰ ਧਨ ਪਦਾਰਥ ਦੇ ਸਕਦਾ ਹਾਂ। ਬੜਾ ਗਰੀਬ ਸਿੱਖ ਸੀਗਾ, ਉਹਦੇ ਵਸਤਰਾਂ ਤੋਂ ਹੀ ਵੇਖ ਕੇ ਅੰਦਾਜ਼ਾ ਲੱਗ ਰਿਹਾ ਸੀ। ਪਰ ਸਿੱਖ ਨੇ ਆਪਣਾ ਟਕਾ ਚੁੱਕ ਲਿਆ ਜੋ ਜਹਾਂਗੀਰ ਦੇ ਅੱਗੇ ਰੱਖਿਆ ਸੀ ਤੇ ਚੁੱਪ ਕੀਤਾ ਬਾਹਰ ਨਿਕਲ ਗਿਆ। ਸਿਪਾਹੀ ਉਸ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਡੇਰੇ ਲੈ ਗਿਆ, ਜਿੱਥੇ ਆਪਣੇ ਦਿਲ ਦੇ ਪਾਤਸ਼ਾਹ ਦਾ ਦਰਸ਼ਨ ਕਰਕੇ ਉਸਨੇ ਆਪਣੇ ਮਨ ਦੀ ਤੜਫ ਦੂਰ ਕੀਤੀ, ਪ੍ਰਸੰਨਤਾ ਹਾਸਲ ਕੀਤੀ। ਬਹੁਤ ਸਾਰੀਆਂ ਗੱਲਾਂ ਚੱਲਦੀਆਂ, ਪ੍ਰਚਾਰਕ ਲੋਕ ਸੁਣਾਉਂਦੇ ਹੁੰਦੇ ਨੇ ਕਿ ਉਹ ਘਾਹ ਦੀ ਪੰਡ ਵੀ ਲੈ ਕੇ ਆਇਆ ਸੀ। ਜਹਾਂਗੀਰ ਨੇ ਕਿਹਾ ਵੀ ਟਕਾ ਨਾ ਚੁੱਕ, ਜਿੰਨੇ ਮਾਇਆ ਚਾਹੀਦੀ ਹੈ ਤੈਨੂੰ ਦੇ ਦੇ, ਕਿਸੇ ਨੂੰ ਭੇਟਾ ਰੱਖ ਕੇ ਫਿਰ ਚੁੱਕੀ ਦੀ ਥੋੜਾ ਨਾ ਹੁੰਦੀ ਹੈ। ਤੇ ਉਹ ਕਹਿੰਦਾ ਜੀ ਇਹ ਤਾਂ ਮੇਰੀ 10 ਨੂੰਹਾਂ ਦੀ ਕਿਰਤ ਕਮਾਈ ਹੈ, ਗੁਰੂ ਕੇ ਲੰਗਰਾਂ ਵਾਸਤੇ ਲੈ ਕੇ ਆਏ ਆ। ਜਿਹੜਾ ਘਾਹ ਹੈਗਾ ਉਹ ਗੁਰੂ ਕੇ ਘੋੜਿਆਂ ਵਾਸਤੇ ਲੈ ਕੇ ਆਇਆ, ਇਹ ਮੈਂ ਤੁਹਾਨੂੰ ਨਹੀਂ ਦੇ ਸਕਦਾ। ਬੜੇ ਤਰਲੇ ਲਏ, ਪਰ ਉਸ ਸਿੱਖ ਨੇ ਜਹਾਂਗੀਰ ਦੇ ਘੋੜਿਆਂ ਵਾਸਤੇ ਘਾਹ ਦੀ ਪੰਡ ਵੀ ਨਾ ਰੱਖੀ ਤੇ ਟਕਾ ਵੀ ਨਾ ਰੱਖਿਆ। ਗੁਰਬਾਣੀ ਕਹਿੰਦੀ ਹੈ ਕਿ ਜਦੋਂ ਉਸ ਮਾਲਕ ਵਾਹਿਗੁਰੂ ਜੀ ਦੀ ਨਜ਼ਰੇ ਇਨਾਇਤ ਨਾ ਹੋਵੇ ਨਾ, ਤੇ ਅਜਿਹਾ ਹੀ ਵਾਪਰਦਾ ਹੈ।
ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾ, ਕਰਾਇੰਦਾ ਦਰ ਮੰਗਨ ਭਿੱਖ ਨਾ ਪਾਇੰਦਾ। ਫਿਰ ਕੋਈ ਭਿੱਖ ਵੀ ਪਾਉਣ ਵਾਸਤੇ ਤਿਆਰ ਨਹੀਂ ਹੁੰਦਾ। ਤੇ ਜੇ ਉਹਦੀ ਨਜ਼ਰੇ ਇਨਾਇਤ ਹੋ ਜਾਏ, ਉਹਦੀ ਬਖਸ਼ਿਸ਼ ਹੋ ਜਾਏ, ਤਾਂ ਗੁਰਬਾਣੀ ਕਹਿੰਦੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸੋ ਗੁਰੂ ਸਵਾਰਿਓ, ਜਹਾਂਗੀਰ ਨੂੰ ਉਸ ਦਿਨ ਪਹਿਲੀ ਵਾਰ ਅਹਿਸਾਸ ਹੋਇਆ ਕਿ ਭਾਈ ਜਿਹੜਾ ਸਿੱਖ ਹੈ ਉਹ ਆਪਣੇ ਸਤਿਗੁਰੂ ਨੂੰ ਕਿੰਨਾ ਪਿਆਰ ਕਰਦੇ ਨੇ। ਕਿ ਇੱਕ ਗਰੀਬ ਜਿਹਾ ਸਿੱਖ ਹੈ, ਉਹ ਆਪਣੇ ਸੱਚੇ ਪਾਤਸ਼ਾਹ ਦੇ ਵਾਸਤੇ ਇੱਕ ਘਾਹ ਦੀ ਪੰਡ ਉਹਨਾਂ ਦੇ ਘੋੜਿਆਂ ਵਾਸਤੇ ਤੇ ਟੱਕਾ ਲੈ ਕੇ ਆਇਆ, ਤੇ ਮੇਰਾ ਗੁਰੂ ਵੀ ਕਿੰਨਾ ਪਿਆਰ ਕਰਦਾ ਹੈ ਗਰੀਬਾਂ ਨੂੰ, ਕਿ ਮੇਰੇ ਪਾਤਸ਼ਾਹ ਜੀ ਨੇ ਉਸ ਨੂੰ ਗਲਵੱਕੜੀ ਵਿੱਚ ਲਿਆ। ਜਹਾਂਗੀਰ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਸਨ 1620 ਵਿੱਚ ਜਹਾਂਗੀਰ ਕਲਾਨੌਰ ਦੇ ਰਸਤੇ ਕਸ਼ਮੀਰ ਗਿਆ ਸੀ। ਐਤਕੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹੀ ਉਹ ਵੀ ਅੰਮ੍ਰਿਤਸਰ ਆਇਆ। ਇਸ ਵਿੱਚ ਉਸ ਦੀ ਰਾਜਨੀਤੀ ਵੀ ਸੀ। ਆਮ ਸਿੱਖ ਜਨਤਾ ਤੇ ਖਾਸ ਕਰਕੇ ਮਾਝੇ ਦੇ ਲੋਕ ਅਜੇ ਗੁਰੂ ਅਰਜਨ ਸਾਹਿਬ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਾਉਣ ਦੀ ਉਸ ਦੀ ਕਾਲੀ ਕਰਤੂਤ ਨਹੀਂ ਭੁੱਲੇ ਸਨ। ਹੁਣ ਉਹ ਕਾਲੇ ਦਾਗ ਧੋਣੇ ਚਾਹੁੰਦਾ ਸੀ ਅਤੇ ਮੰਝੈਲ ਗੱਭਰੂਆਂ ਦੇ ਦਲਾਂ ਦੇ ਸੱਲ ਮਿਟਾਉਣੇ ਲੋੜੀਂਦਾ ਸੀ। ਜਹਾਂਗੀਰ ਨੇ ਆਪਣੀ ਹੱਡਬੀਤੀ ਵਿੱਚ ਅੰਮ੍ਰਿਤਸਰ ਆਉਣ ਦਾ ਜ਼ਿਕਰ ਨਹੀਂ ਕੀਤਾ। ਉਸਨੇ ਤਾਂ ਕਿਤੇ ਇਹ ਵੀ ਨਹੀਂ ਲਿਖਿਆ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਨਜ਼ਰਬੰਦ ਕਰੀ ਰੱਖਿਆ ਸੀ। ਸਿੱਖ ਇਤਿਹਾਸ ਲਿਖਦਾ ਹੈ ਕਿ ਸ਼ਾਹੀ ਡੇਰਾ ਗੁਮਟਾਲੇ ਦੇ ਲਾਗੇ ਕੀਤਾ ਗਿਆ। ਜਹਾਂਗੀਰ ਤੇ ਨੂਰ ਜਹਾਂ ਨੇ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਦਾ ਦਰਸ਼ਨ ਕੀਤਾ। ਜਹਾਂਗੀਰ ਆਦਿਕ ਸਹਾਇਤਾ ਦੇਣ ਦੀ ਇੱਛਾ ਪ੍ਰਗਟ ਕੀਤੀ, ਪਰ ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਗੁਰਦੁਆਰਿਆਂ ਦੀਆਂ ਇਮਾਰਤਾਂ ਅਤੇ ਗੁਰੂ ਕਾ ਲੰਗਰ ਸਰਦਾਵਾਨ ਸਿੱਖਾਂ ਦੀ ਪਿਆਰ ਭੇਟਾ ਨਾਲ ਹੀ ਸ਼ੋਭਦਾ ਹੈ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਦੀ ਜੰਗੀਰ ਜਿਹੜੀ ਹੈ ਉਹ ਪ੍ਰਵਾਨ ਨਹੀਂ ਕੀਤੀ ਹੈ। ਸਤਿਗੁਰੂ ਜੀ ਦਾ ਲਾਹੌਰ ਜਾਣਾ ਜਹਾਂਗੀਰ ਦੀ ਖਾਸ ਸੀ ਕਿ ਲਾਹੌਰ ਤੱਕ ਹੀ ਗੁਰੂ ਹਰਗੋਬਿੰਦ ਸਾਹਿਬ ਨਾਲ ਸਾਥ ਬਣਿਆ ਰਹੇ, ਤਾਂ ਕਿ ਉਸ ਨੇੜਤਾ ਦਾ ਚੰਗਾ ਅਸਰ ਮਾਝੇ ਉੱਤੇ ਪੈ ਸਕੇ। ਸਤਿਗੁਰੂ ਜੀ ਅੰਮ੍ਰਿਤਸਰ ਵਿੱਚ ਥੋੜੇ ਹੀ ਦਿਨ ਠਹਿਰੇ ਤੇ ਲਾਹੌਰ ਨੂੰ ਚੱਲ ਪਏ, ਜਿੱਥੇ ਜਹਾਂਗੀਰ ਇਸ ਨੇੜਤਾ ਦੀ ਰਾਹੀਂ ਸਿੱਖਾਂ ਦੇ ਦਿਲਾਂ ਵਿੱਚੋਂ ਆਪਣੇ ਵਿਰੁੱਧ ਭੜੀ ਨਫ਼ਰਤ ਮਿਟਾਣੀ ਚਾਹੁੰਦਾ ਸੀ। ਉੱਥੇ ਸਿੱਖ ਵੀ ਇਹ ਅਨੁਭਵ ਕਰ ਰਹੇ ਸਨ ਕਿ ਸਿੱਖ ਕੌਮ ਦੀ ਵੱਧਦੀ ਤਾਕਤ ਵੇਖ ਕੇ ਜਹਾਂਗੀਰ ਉਹਨਾਂ ਨਾਲ ਕੋਈ ਵਿਗਾੜ ਨਹੀਂ ਸੀ ਚਾਹੁੰਦਾ। ਇਸ ਤੋਂ ਸਿੱਖਾਂ ਦੇ ਹੌਸਲੇ ਵਧਣ ਵਿੱਚ ਸੁੱਤੇ ਹੀ ਸਹਾਇਤਾ ਮਿਲਦੀ ਸੀ। ਅਜੇ 4 ਕੁ ਸਾਲ ਹੀ ਬੀਤੇ ਸਨ ਜਦੋਂ ਗਿਲਟੀ ਤਾਪ ਦੀ ਹਨੇਰੀ ਸਮੇਂ ਸਤਿਗੁਰੂ ਜੀ ਨੇ ਲਾਹੌਰ ਨਿਵਾਸੀਆਂ ਦੇ ਕੋਲ ਰਹਿ ਕੇ ਉਹਨਾਂ ਦੇ ਦੁੱਖ ਵੰਡੇ ਸਨ। ਵਲੀ ਮੀਆਂ ਮੀਰ ਗੁਰੂ ਅਰਜਨ ਸਾਹਿਬ ਦਾ ਪ੍ਰੇਮੀ ਹੀ ਬਣ ਚੁੱਕਿਆ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਗਿਲਟੀ ਤਾਪ ਦੀ ਬਿਪਤਾ ਸਮੇਂ ਲਾਹੌਰ ਆ ਕੇ ਰਹੇ ਸਨ, ਮੀਆਂ ਮੀਰ ਵੀ ਉਹਨਾਂ ਦੇ ਨਾਲ ਰਲ ਕੇ ਸੇਵਾ ਕਰਦਾ ਰਿਹਾ ਸੀ, ਤੇ ਇਸ ਤਰ੍ਹਾਂ ਉਸ ਦੇ ਦਿਲ ਵਿੱਚ ਗੁਰੂ ਘਰ ਵਾਸਤੇ ਹੋਰ ਨੇੜਤਾ ਵੱਧ ਗਈ। ਹੁਣ ਜਦੋਂ ਦੂਜੀ ਵਾਰ ਗੁਰੂ ਹਰਗੋਬਿੰਦ ਸਾਹਿਬ ਲਾਹੌਰ ਆਏ ਤਾਂ ਵਲੀ ਮੀਆਂ ਮੀਰ ਅਤੇ ਪਹਿਲੀ ਵਾਰ ਦੇ ਬਣੇ ਹੋਰ ਕਈ ਪ੍ਰੇਮੀ ਸਤਿਗੁਰੂ ਜੀ ਦੇ ਪਾਸ ਆਣ ਪਹੁੰਚੇ। ਸਤਿਗੁਰੂ ਜੀ ਨੇ ਮੁਜੰਗੀ ਡੇਰਾ ਕੀਤਾ, ਜੋ ਲਾਹੌਰ ਤੋਂ ਦੱਖਣ ਪਾਸੇ 2-2.5 ਮੀਲਾਂ ਦੀ ਵਿੱਥ ਹੈ। ਉੱਥੇ ਹੁਣ ਇੱਕ ਸੁੰਦਰ ਗੁਰਦੁਆਰਾ ਬਣਿਆ ਹੋਇਆ। 2 ਘਟਨਾਵਾਂ 19 ਦਿਨੀ ਉੱਥੇ 2 ਐਸੀਆਂ ਘਟਨਾਵਾਂ ਵਾਪਰੀਆਂ ਜੋ ਇੱਕ ਪਾਸੇ ਮੁਗਲ ਹਾਕਮਾਂ ਦਾ ਪ੍ਰਜਾ ਨਾਲ ਵਧੀਕੀ ਭਰਿਆ ਰਵੱਈਆ ਪ੍ਰਗਟ ਕਰਦੀਆਂ ਹਨ, ਤੇ ਦੂਜੇ ਇੱਕ ਇਹ ਦੱਸਦੀਆਂ ਹਨ ਕਿ ਆਮ ਹਿੰਦੂ ਅਤੇ ਮੁਸਲਮਾਨ ਜਨਤਾ ਦੇ ਦਿਲ ਵਿੱਚ ਗੁਰੂ ਘਰ ਵਾਸਤੇ ਖਿੱਚ ਵੱਧ ਰਹੀ ਸੀ, ਕਿਉਂਕਿ ਗੁਰੂ ਪ੍ਰਤੱਖ ਤੌਰ ਤੇ ਦੁਖੀਆਂ ਦਾ ਦਰਦ ਵੰਡਾਉਂਦਾ ਹੈ। ਸੋ ਐਸੀਆਂ 2 ਘਟਨਾਵਾਂ ਕਿਹੜੀਆਂ ਵਾਪਰਦੀਆਂ ਹਨ, ਤੇ ਉਹ 2 ਘਟਨਾਵਾਂ ਸਿੱਖ ਇਤਿਹਾਸ ਨੇ ਕਿਸ ਤਰ੍ਹਾਂ ਵਰਣਨ ਕੀਤੀਆਂ ਨੇ। ਜਿਨ੍ਹਾਂ 2 ਘਟਨਾਵਾਂ ਦੇ ਵਿੱਚ ਜਿਹੜਾ ਹੈ ਉਹ ਅਸੀਂ ਦੇਖਾਂਗੇ ਕਿ ਇਤਿਹਾਸ ਕਿਵੇਂ ਮੋੜਾ ਖਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਹਰਮਨ ਪਿਆਰੇ ਹੋ ਜਾਂਦੇ ਨੇ, ਤੇ ਜਹਾਂਗੀਰ ਜਿਹੜਾ ਜੋ ਤਵਸਵੀ ਮੁਸਲਮਾਨ ਸੀ ਉਹ ਆਪਣੀ ਕਰਨੀ ਦਾ ਫਲ ਵੀ ਭੁਗਤਦਾ ਹੈਗਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।